Good morning students. Today we will continue method of valuation of inventory. Second method is LIFO method, means last in first out method. Previous lecture ਦੇ ਵਿੱਚ ਆਪਾਂ ਨੇ ਗੱਲ ਕੀਤੀ ਸੀ FIFO method ਦੀ ਤੇ ਆਪਾਂ ਇਸ ਦੇ ਐਡਵਾਂਟੇजेस ਮੀਨਿੰਗ ਤੇ ਇੱਕ ਇਲਸਟ੍ਰੇਸ਼ਨ ਕੀਤੀ ਸੀ FIFO method ਦੀ ਤੇ ਅੱਜ ਆਪਾਂ ਕਰ ਰਹੇ ਹਾਂ ਗੱਲ LIFO method ਦੀ। FIFO ਦੇ ਵਿੱਚ ਮੈਂ ਕੀ ਕਿਹਾ ਸੀ ਵੀ ਫਸਟ ਇਨ ਫਸਟ ਆਊਟ, ਵੀ ਜੋ ਆਪਾਂ ਨੇ ਪਹਿਲਾਂ ਪਰਚੇਜ਼ ਕੀਤਾ ਹੈ ਆਪਾਂ ਯੂਜ਼ ਵੀ ਉਸ ਨੂੰ ਫਸਟ 'ਤੇ ਕਰੋ ਜਾਂ ਫਿਰ ਸੇਲ ਵੀ ਉਸ ਨੂੰ ਫਸਟ 'ਤੇ ਕਰੋ। ਕਿਉਂਕਿ ਜੇ ਆਪਾਂ ਗੱਲ ਕਰੀਏ ਪ੍ਰਾਈਸਿਸ ਦੀ ਤਾਂ ਡੇ ਟੂ ਡੇ ਕੀ ਹੁੰਦੇ ਰਹਿੰਦੇ ਨੇ, ਇਹ ਵੈਰੀਫਾਈ ਹੁੰਦੇ ਰਹਿੰਦੇ ਨੇਗੇ, ਚੇਂਜ ਹੁੰਦੇ ਰਹਿੰਦੇ ਨੇਗੇ। ਤਾਂ ਆਪਾਂ ਕਹਿ ਸਕਦੇ ਹਾਂ ਵੀ ਜੋ ਆਪਣਾ LIFO ਮੈਥਡ ਹੈ ਉਸ ਦੇ ਵਿੱਚ ਆਪਾਂ ਕੀ ਕਰਦੇ ਹਾਂ, ਲਾਸਟ ਇਨ ਫਸਟ ਆਊਟ, ਵੀ ਜੋ ਆਪਾਂ ਨੇ ਲਾਸਟ 'ਤੇ ਲਿਆ ਉਸ ਨੂੰ ਪਹਿਲਾਂ ਹੀ ਆਊਟ ਕਰ ਦਿੰਦੇ ਹਾਂ ਸਟਾਕ ਦੇ ਜਾਂ ਵੇਅਰ ਹਾਊਸਿਸ ਦੀ ਲਿਸਟਸ ਦੇ ਵਿੱਚੋਂ। As against the FIFO method, the issue under this method are priced in the reverse order of purchase. The prices of latest available consignment is taken. ਆਪਾਂ ਸਿਰਫ ਇਹ ਦੇਖ ਰਹੇ ਹਾਂ ਵੀ ਜੇ ਅੱਜ ਆਪਣੇ ਸਟਾਕ ਦਾ ਲਾਸਟ ਇਨ ਫਸਟ ਆਊਟ ਆਪਾਂ ਇਸ ਨੂੰ ਅੱਜ ਲੈ ਕੇ ਆਏ ਹਾਂ ਅਤੇ ਜੇ ਆਪਾਂ ਅੱਜ ਹੀ ਸੇਲ ਕਰ ਰਹੇ ਹਾਂ ਤਾਂ ਆਪਾਂ ਨੂੰ ਕਰੰਟ ਮਾਰਕੀਟ ਪ੍ਰਾਈਸਿਸ ਮਿਲ ਜਾਣਗੇ। ਬਟ ਆਪਾਂ ਇਹ ਗੱਲ ਨਹੀਂ ਸੋਚ ਰਹੇ ਵੀ ਹੋ ਸਕਦਾ ਉਹਨਾਂ ਦੇ ਪ੍ਰਾਈਸਿਸ ਕੀ ਹੋ ਜਾਣ, ਹੋਰ ਜ਼ਿਆਦਾ ਡਾਊਨ 'ਚ ਚਲੇ ਜਾਣ, ਤਾਂ ਫਿਰ ਆਪਾਂ ਨੂੰ ਕੀ ਹੋ ਜਾਏਗਾ, ਇਸ ਦੇ ਨਾਲ ਲੋਸ ਵਗੈਰਾ ਹੋ ਜਾਏਗਾ। ਦਿਸ ਮੈਥਡ ਇਜ਼ ਸਮਥਿੰਗ ਨੋਨ ਐਜ਼ ਰੀਪਲੇਸਮੈਂਟ ਕਾਸਟ ਮੈਥਡ ਬਿਕੋਜ਼ ਮਟੀਰੀਅਲਸ ਆਰ ਇਸ਼ੂਡ ਐਟ ਦਾ ਕਰੰਟ ਕਾਸਟ ਟੂ ਜੋਬ ਔਰ ਵਰਕ। ਆਪਾਂ ਕਿਉਂਕਿ ਕਰੰਟ ਕਾਸਟ 'ਤੇ ਇਸ਼ੂ ਕਰ ਰਹੇ ਹਾਂ, ਲਾਸਟ ਇਨ ਫਸਟ ਆਊਟ ਦਾ ਮੀਨਿੰਗ ਹੀ ਇਹੀ ਹੈ ਵੀ ਆਪਾਂ ਲਾਸਟ ਨੂੰ ਫਸਟ 'ਤੇ ਆਊਟ ਕਰ ਰਹੇ ਹਾਂ। ਮੀਨਸ ਆਪਾਂ ਕੁਛ ਸਟੋਰ ਨਹੀਂ ਨਾ ਕਰਕੇ ਰੱਖ ਰਹੇ ਇੱਥੇ, ਹੋ ਸਕਦਾ ਆਪਾਂ ਜੋ ਉਸ ਤੋਂ ਪਹਿਲਾਂ ਦਾ ਹੋਇਆ ਉਸ ਦੇ ਪ੍ਰਾਈਸਿਸ ਹੋਰ ਵੀ ਡਾਊਨ ਚਲੇ ਜਾਣ। ਦੈਨ ਇਸ ਦੀ ਇੱਕ ਇਲਸਟ੍ਰੇਸ਼ਨ ਦੇਖਦੇ ਆਪਾਂ। ਲਾਈਕ FIFO ਮੈਥਡ ਇਟ ਇਜ਼ ਸਿੰਪਲ ਟੂ ਆਪਰੇਟ ਐਂਡ ਇਟ ਇਜ਼ ਯੂਜ਼ਫੁਲ ਵੈਨ ਟ੍ਰਾਂਜੈਕਸ਼ਨਸ ਆਰ not too many and the prices are fairly steady. Like FIFO, this method recovers cost from production because actual cost of material is charged to production। ਤਾਂ ਆਪਾਂ ਇਸ ਦੀ ਇੱਕ ਇਲਸਟ੍ਰੇਸ਼ਨ ਕਰਦੇ ਹਾਂ। ਪ੍ਰੀਵੀਅਸ ਲੈਕਚਰ ਦੇ ਵਿੱਚ ਆਪਾਂ ਨੇ ਗੱਲ ਕੀਤੀ ਸੀ FIFO ਦੀ ਅਤੇ ਅੱਜ ਆਪਾਂ ਕਰਾਂਗੇ LIFO ਮੈਥਡ। ਤਾਂ ਦੇਖੋ ਆਪਣੇ ਕੋਲ ਸਭ ਤੋਂ ਪਹਿਲਾਂ ਇਸ ਦੇ ਵਿੱਚ ਕੀ ਕੁਐਸਚਨਸ ਦੇ ਵਿੱਚ ਆਪਣੇ ਕੋਲ ਗਿਵਨ ਹੁੰਦਾ ਹੈਗਾ। ਵੈਸੇ ਇਸ ਦੇ ਰਿਲੇਟਡ ਕੋਈ ਨਿਊਮੈਰੀਕਲ ਕੁਐਸਚਨ ਜੇ ਆਪਾਂ ਗੱਲ ਕਰੀਏ ਐਗਜ਼ਾਮ ਪੁਆਇੰਟ ਆਫ ਵਿਊ ਕੋਈ ਇੰਨਾ ਕੰਪਲਸਰੀ ਹੈ ਨਹੀਂ, ਬਟ ਫਿਰ ਵੀ ਕੀ ਹੈ, ਹੋ ਸਕਦਾ ਤੁਹਾਨੂੰ ਥੋੜ੍ਹਾ ਬਹੁਤ ਪਰਫੋਰਮਾ ਦੇ ਕੇ ਤੁਹਾਨੂੰ ਕੈਲਕੂਲੇਸ਼ਨਸ ਵਗੈਰਾ ਆ ਜਾਣ, ਤਾਂ ਤੁਸੀਂ ਸਮਝ ਲਓ ਇਸ ਦੇ ਵਿੱਚ ਕੀ ਕਰਨਾ। ਕੁਆਂਟੀਟੀ ਇੰਟੂ ਕੋਸਟ ਕਰਨੇ ਹੁੰਦਾ ਜਾਂ ਫਿਰ ਕੁਆਂਟੀਟੀ ਇੰਟੂ ਯੂਨਿਟ ਕੋਸਟ ਕਰਕੇ ਤੁਹਾਡੇ ਕੋਲ ਟੋਟਲ ਕੋਸਟ ਆ ਜਾਂਦੀ ਹੈ। ਤਾਂ ਫਸਟ ਤੁਹਾਡੇ ਕੋਲ ਦੇਖੋ ਕੀ ਹੈ, ਯੂਨਿਟ ਕੋਸਟ ਹੈ 4.25 ਅਤੇ ਕੁਆਂਟੀਟੀ ਹੈ 200 ਦੀ, ਠੀਕ ਹੈ। ਤਾਂ ਤੁਹਾਡੇ ਕੋਲ ਟੋਟਲ ਕੋਸਟ ਆ ਗਈ। ਇਸੇ ਤਰ੍ਹਾਂ ਸੈਕਿੰਡ ਦਾ ਯੂਨਿਟ ਕੋਸਟ ਹੈ, ਕੁਆਂਟੀਟੀ ਹੈ, ਦੇਖੋ ਯੂਨਿਟ ਕੋਸਟ ਕਿੰਨੀ ਹੈ 4.00, ਕੁਆਂਟੀਟੀ ਕਿੰਨੀ ਹੈ 500 ਯੂਨਿਟਸ ਦੀ, ਤਾਂ ਕਿੰਨਾ ਆ ਗਈ ਅਮਾਊਂਟ 500 ਇੰਟੂ 4 ਕਿੰਨਾ ਆ ਗਿਆ 2000। ਨੈਕਸਟ ਹੈ 300 ਇੰਟੂ 4 ਕੀਤਾ 1200। ਤਾਂ ਇਹ ਆਪਣਾ ਇਸ ਤਰ੍ਹਾਂ ਸੀਕੁਐਂਸ ਵਾਈਜ਼ ਚੱਲਦਾ ਰਹਿੰਦਾ। ਹੁਣ ਜਦੋਂ ਦੇਖੋ ਆਪਾਂ ਆਪਣੇ ਕੋਲ ਕੁਆਂਟੀਟੀ ਸੀ, ਯੂਨਿਟ ਪਰ ਕਾਸਟ ਸੀ, ਆਪਾਂ ਨੇ ਅਮਾਊਂਟ ਕੈਲਕੂਲੇਟ ਕਰ ਲਈ ਦੋਨੋਂ ਕੇਸਿਸ ਦੇ ਵਿੱਚ, ਠੀਕ ਹੈ। ਅਤੇ ਜੇ ਆਪਾਂ ਨੇ ਦੇਖੋ ਹੁਣ ਤੁਹਾਡੇ ਕੋਲ ਕੁਆਂਟੀਟੀ ਵੀ ਆ ਚੁੱਕੀ, ਅਮਾਊਂਟ ਵੀ ਆ ਚੁੱਕੀ, ਤਾਂ ਇਸੇ ਤੋਂ ਤੁਸੀਂ ਕੀ ਕੈਲਕੂਲੇਟ ਕਰ ਸਕਦੇ ਹੋ, ਯੂਨਿਟ ਕਾਸਟ ਵੀ ਕੈਲਕੂਲੇਟ ਕਰ ਸਕਦੇ ਹੋ। ਜਿਵੇਂ ਦੇਖੋ ਆਪਾਂ ਐਵਰੇਜ ਦੇ ਵਿੱਚ ਕਰਦੇ ਹੁੰਦੇ ਹਾਂ ਵੀ ਟੋਟਲ ਕਰਕੇ ਉਹਨੂੰ ਨੰਬਰ ਆਫ ਯੂਨਿਟਸ ਨਾਲ ਡਿਵਾਈਡ ਕਰ ਦਿੰਦੇ ਹਾਂ। ਤਾਂ ਜੇ ਆਪਾਂ ਕਿਸੇ ਚੀਜ਼ ਦੀ ਪਰ ਯੂਨਿਟ ਕੱਢਣੀ ਹੋਵੇ ਤਾਂ ਆਪਾਂ ਕੀ ਕਰਦੇ ਹੁੰਦੇ ਹਾਂ, ਟੋਟਲ ਪ੍ਰੋਡਕਟ ਅਪੋਨ ਨੰਬਰਿੰਗ ਨਾਲ ਡਿਵਾਈਡ ਕਰ ਦਿੰਦੇ ਹਾਂ। ਤਾਂ ਅਮਾਊਂਟ ਹੈ 2000, ਕੁਆਂਟਿਟੀ ਕਿੰਨੀ ਹੈ 500, ਤਾਂ ਯੂਨਿਟ ਕਾਸਟ ਕਿੰਨੀ ਆ ਗਈ, ਉਹੀ 4 ਰੁਪੀਸ ਆ ਗਈ, ਠੀਕ ਹੈ। ਤਾਂ ਤੁਸੀਂ ਕੀ ਕਰ ਸਕਦੇ ਹੋ, ਸਭ ਤੋਂ ਪਹਿਲਾਂ ਤਾਂ ਟੋਟਲ ਕਾਸਟ ਕੱਢ ਸਕਦੇ ਹੋ ਜਾਂ ਅਮਾਊਂਟ ਕੱਢ ਸਕਦੇ ਹੋ ਪਰ ਯੂਨਿਟ ਇੰਟੂ ਕੁਆਂਟਿਟੀ ਕਰਕੇ, ਫਿਰ ਉਸ ਤੋਂ ਪਰ ਯੂਨਿਟ ਵੀ ਕੈਲਕੂਲੇਟ ਕਰ ਸਕਦੇ ਹੋ ਡਿਵਾਈਡ ਕਰਕੇ। ਤਾਂ ਇਹ ਬਹੁਤ ਸਿੰਪਲ ਜਿਹਾ ਇੱਕ ਕੁਐਸਚਨ ਹੈ, ਤਾਂ ਹੋ ਸਕਦਾ ਜਿਸ ਨੂੰ ਫੁੱਲ ਫਲੈਸ਼ ਕਰਕੇ ਵੇਖੋ, ਕੋਈ ਵੀ ਡਾਊਟ ਹੈ ਤਾਂ ਪੁੱਛ ਲਿਓ। ਨੈਕਸਟ ਆਪਾਂ ਕਰ ਰਹੇ ਹਾਂ ਡਿਸਐਡਵਾਂਟੇਜਸ ਆਫ LIFO, ਲਾਸਟ ਇਨ ਫਸਟ ਆਊਟ ਦਾ ਕੀ ਡਿਸਐਡਵਾਂਟੇਜਸ ਨੇ। ਲਾਈਕ FIFO ਦਿਸ ਮੈਥਡ ਮੇ ਲੀਡ ਟੂ ਕਲੈਰੀਕਲ ਐਰਰਸ, ਹੋ ਸਕਦਾ ਆਪਣੇ ਕੋਲ ਕਲੈਰੀਕਲ ਐਰਰਸ ਹੋ ਜਾਣ ਵੇਅਰ ਹਾਊਸਿਸ ਵਗੈਰਾ ਦੇ ਵਿੱਚ, ਜਾਂ ਜਿਹੜਾ ਸਟੋਰ ਕੀਪਰ ਉਸ ਤੋਂ ਕੋਈ ਕਲੈਰੀਕਲ ਐਰਰਸ ਹੋ ਜਾਣ ਇਨਵੈਂਟਰੀ ਨੂੰ ਵੈਲਿਊਏਸ਼ਨ ਕਰਦੇ ਟਾਈਮ। ਲਾਈਕ FIFO ਕੰਪੈਰੀਜ਼ਨਸ ਬਿਟਵੀਨ ਵਨ ਜੋਬ ਐਂਡ ਅਦਰ ਜੋਬ ਵਿਲ ਬਿਕਮ ਡਿਫੀਕਲਟ, ਉਸ ਦੇ ਲਈ ਡਿਫੀਕਲਟ ਹੋ ਜਾਂਦਾ ਹੈ। ਜੋਬ ਕਿਵੇਂ ਵੀ ਉਸਨੂੰ ਇਹ ਫਾਈਂਡ ਆਊਟ ਕਰਨਾ ਉਸ ਦੇ ਲਈ ਬਹੁਤ ਕੰਪਲੈਕਸ ਹੋ ਜਾਂਦਾ ਵੀ ਮੈਂ ਕਿਹੜੀ ਇਨਵੈਂਟਰੀ ਨੂੰ ਕਿਹੜੀ ਜੋਬ ਦੇ ਉੱਪਰ ਯੂਟੀਲਾਈਜ਼ ਕਰਨਾ ਹੈ।
ਦੈਨ ਫॉर ਪ੍ਰਾਈਸਿੰਗ ਏ ਸਿੰਗਲ ਰਿਕੁਆਈਜੇਸ਼ਨ ਮੋਰ ਦੈਨ ਵਨ ਪ੍ਰਾਈਸ ਐਜ਼ ਆਫਨ ਟੂ ਬੀ ਅਡਾਪਟਡ। ਆਪਾਂ ਕਈ ਵਾਰ ਕਰੰਟ ਬੇਸਿਸ ਮੰਨ ਲੈਂਦੇ ਹਾਂ ਅਤੇ ਕਈ ਵਾਰ ਕੋਸਟ ਬੇਸਿਸ ਮੰਨ ਲੈਂਦੇ ਹਾਂ ਇਨਵੈਂਟਰੀ ਦੀ ਵੈਲੂਏਸ਼ਨ ਦੇ ਲਈ। ਤਾਂ ਇਹ ਵੀ ਇੱਕ ਕੀ ਹੈ, ਕੰਪਲੈਕਸ ਟਾਸਕ ਹੈ। ਸਟਾਕ ਇਨ ਹੈਂਡ ਇਜ਼ ਵੈਲਿਊ ਐਟ ਪ੍ਰਾਈਸ ਵਿਚ ਡਜ਼ਨਟ ਰਿਫਲੈਕਟ ਕਰੰਟ ਮਾਰਕੀਟ ਪ੍ਰਾਈਸ। ਕਲੋਜ਼ਿੰਗ ਸਟਾਕ ਵਿਲ ਵੀ ਅੰਡਰਸਟੇਟਡ ਔਰ ਓਵਰਸਟੇਟਡ। ਜਿਹੜਾ ਆਪਾਂ ਗੱਲ ਕਰ ਰਹੇ ਹਾਂ ਰਿਪਲੇਸਮੈਂਟ ਜਾਂ ਕਰੰਟ ਕਾਸਟ ਪ੍ਰਾਈਸ ਮੈਥਡ ਜਾਂ ਫਿਰ ਹਿਸਟੋਰੀਕਲ ਮੈਥਡ, ਇਹਨਾਂ ਸਾਰੇ ਮੈਥਡਸ ਦੀ ਵਜ੍ਹਾ ਕਰਕੇ, ਕਿਉਂਕਿ ਆਪਾਂ ਇੰਨੇ ਸਾਰੇ ਪ੍ਰਾਈਸਿੰਗ ਸਟ੍ਰੈਟਜੀਜ਼ ਅਡੋਪਟ ਕਰ ਲੈਂਦੇ ਹਾਂ, ਤਾਂ ਕੀ ਹੋ ਸਕਦਾ, ਆਪਣਾ ਸਟਾਕ ਹੋ ਸਕਦਾ ਅੰਡਰ ਵੈਲਿਊਡ ਵੀ ਹੋ ਜਾਵੇ ਜਾਂ ਫਿਰ ਹੋ ਸਕਦਾ ਓਵਰ ਵੈਲਿਊਡ ਹੋ ਜਾਵੇ। ਤਾਂ ਆਪਾਂ ਨੈਕਸਟ ਕਲਾਸ ਦੇ ਵਿੱਚ ਕਰਾਂਗੇ ਐਵਰੇਜ ਸਟਾਕ ਮੈਥਡ। ਥੈਂਕ ਯੂ।